ਕਹਿ ਰਹੇ ਵੀ 2-2000 ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਪਾਇਆ। 70 ਰੁਪਏ ਦਾ ਤਾਂ ਬਰਗਰ ਹੋਇਆ ਪਿਆ, 2000 ਰੁਪਏ ਦਾ ਖਰਚਾ ਹੁੰਦਾ ਚੁੱਲ੍ਹੇ ਦਾ। ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਅਗਰ ਸਰਕਾਰ ਜਨਤਾ ਚਾਹੇ ਤਾਂ ਸਭ ਕੁਝ ਹੋ ਸਕਦਾ। ਇੱਥੇ ਇੰਡੀਆ ਦੇ ਵਿੱਚ ਉਹ ਮੰਤਰੀ ਬਣਦੇ ਨੇ ਜਿਹਨੂੰ ਬਿਲਕੁਲ ਜਾਣਕਾਰੀ ਨਹੀਂ ਹੁੰਦੀ। ਰੇਲ ਮੰਤਰੀ ਉਹ ਜਿਹਨੂੰ ਰੇਲ ਬਾਰੇ ਜਾਣਕਾਰੀ ਨਹੀਂ, ਬਿਜਲੀ ਮੰਤਰੀ ਉਹ ਜਿਹਨੂੰ ਬਿਜਲੀ ਬਾਰੇ ਜਾਣਕਾਰੀ ਨਹੀਂ, ਖੇਤੀਬਾੜੀ ਮੰਤਰੀ ਉਹ ਜਿਹਨੂੰ ਖੇਤੀਬਾੜੀ ਬਾਰੇ ਜਾਣਕਾਰੀ ਨਹੀਂ। ਇੱਕ ਪਲ ਦਾ, ਇੱਕ ਘੰਟੇ ਦਾ, ਇੱਕ ਦਿਹਾੜੀ ਦਾ, ਇੱਕ ਮਹੀਨੇ ਦਾ, 4-4 ਸਾਲਾਂ ਦਾ, 5-5 ਸਾਲਾਂ ਤੋਂ ਹਿਸਾਬ ਮੰਗਾਂਗੇ। ਐਤਕੀ ਤੁਸੀਂ ਵੜ ਕੇ ਦਿਖਾਓ ਸਾਡੇ ਪਿੰਡਾਂ 'ਚ। 1000 ਲੋਕ ਗਲਤ ਹੋ ਜਾ ਸਕਦਾ ਹੈ, 2000 ਲੱਖਾਂ ਦੀ ਗਿਣਤੀ 'ਚ ਤੇ ਗਲਤ ਨਹੀਂ ਹੋ ਸਕਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ। ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਕਿਸਾਨੀ ਸੰਘਰਸ਼ ਨੂੰ ਹਰ ਇੱਕ ਵਰਗ ਹੈ ਜਿਹੜਾ ਸਪੋਰਟ ਕਰ ਰਿਹਾ ਹੈ, ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ। ਅੱਜ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਗੁਰੂ ਨਾਨਕ ਦੇਵ ਜੀ ਇੰਜੀਨੀਅਰ ਕਾਲਜ ਲੁਧਿਆਣਾ ਤੋਂ। ਜਿਹੜਾ ਉੱਥੋਂ ਦਾ ਸਟਾਫ ਹੈ ਉਹ ਬੱਸ ਲੈ ਕੇ ਪਹੁੰਚਿਆ, ਕਿਸਾਨਾਂ ਦੀ ਹੈਲਪ 'ਚ, ਕਿਸਾਨਾਂ ਦੀ ਮਦਦ 'ਚ ਇੱਥੇ ਪਹੁੰਚੇ ਨੇ। ਜ਼ਰੂਰ ਕਰਾਂਗੇ ਗੱਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜੇ ਪਹਿਲੇ ਦਿਨ ਤੋਂ ਲੈ ਕੇ ਇਸ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਅਤੇ ਪੰਜਾਬ ਦੇ, ਪੰਜਾਬੀ ਦੇ, ਬਲਕਿ ਸਮੁੱਚੇ ਭਾਰਤੀਆਂ ਦੀ ਜੋ ਕਿਸਾਨਾਂ ਦੀ, ਆਵਾਮ ਦੀ ਮੰਗਾਂ ਨੂੰ ਸਾਰੇ ਸੰਸਾਰ ਦੇ ਵਿੱਚ ਪਹੁੰਚਾ ਰਹੇ ਨੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਪੰਜਾਬੀ ਲੋਕ ਚੈਨਲ ਵਾਲਿਆਂ ਦਾ। ਹਾਂਜੀ, ਕੀ ਲੱਗ ਰਿਹਾ ਜੀ ਤੁਸੀਂ ਇੱਥੇ ਪਹੁੰਚੇ ਹੋ? ਕੀ ਦੇਖ ਕੇ ਕਿੱਦਾਂ ਲੱਗਿਆ ਜੋ ਸਰਕਾਰਾਂ ਦੀਆਂ ਨੀਤੀਆਂ ਨੇ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ? ਸਰਕਾਰਾਂ ਦੀਆਂ ਨੀਤੀਆਂ ਬੜੀਆਂ ਲੋਕ ਮਾਰੂ ਨੇ। ਸਰਕਾਰ ਇਹ ਚਾਹੁੰਦੀ ਆ ਕਿ ਇੱਥੇ ਦਾ ਆਵਾਮ ਆ ਜਿਹੜਾ ਉਹ ਘਸਿਆਰਾ ਬਣ ਜੇ। ਜਿੰਨੀ ਜਨਤਾ ਗਰੀਬ ਹੋਊਗੀ ਉਨੇ ਸਰਕਾਰ ਦੇ ਪੈਰ ਜੰਮੇ ਰਹਿਣਗੇ। ਸਰਕਾਰ ਦੀ ਵੱਡੀ ਨੀਤੀ ਇਹੀ ਆ। ਹੁਣ ਸਰਕਾਰ ਨੇ ਪਹਿਲਾਂ ਸਾਰੇ ਪਾਸੇ ਆਪਣੇ ਪਾਪੜ ਬੇੜ ਲਏ ਸੀ ਅਤੇ ਅਖੀਰ 'ਤੇ ਪੰਜਾਬ ਵੱਲ ਆਈ ਹੈ। ਹੁਣ ਪੰਜਾਬ ਇਹਨਾਂ ਮੂਹਰੇ ਅੜ ਗਿਆ। ਇਹਨਾਂ ਦਾ ਇਹ ਜਿਹੜਾ ਫੰਡਾ ਹੈ ਕਿ ਪਹਿਲਾਂ ਪੰਜਾਬੀਆਂ ਨੂੰ ਘਸਿਆਰੇ ਬਣਾ ਲਓ, ਵੀ ਇਹ ਸਿੱਖੀ ਸਾਡੇ ਮੂਹਰੇ ਥੋੜ੍ਹੀ ਜਿਹੀ ਧੌਣ ਚੱਕਦੇ ਆ, ਵੀ ਜੇ ਆਰਥਿਕ ਪੱਖੋਂ ਕਮਜ਼ੋਰ ਹੋ ਜਾਣਗੇ ਤਾਂ ਮੁੜ ਕੇ ਸਾਡੇ ਮੂਹਰੇ ਬੋਲਣ ਜੋਗੇ ਨਹੀਂ ਰਹਿਣਗੇ। ਜਿਵੇਂ ਬਾਕੀ ਸਟੇਟਾਂ ਦੇ ਲੋਕ ਗਰੀਬ ਨੇ, ਉਹ ਗਰੀਬੀ ਦੇ ਮਾਰੇ ਪਏ ਨੇ। ਉਹਨਾਂ ਨੇ ਵਿਚਾਰਿਆਂ ਨੇ ਕਿਸੇ ਨੇ ਖੜਨਾ ਕਿਸੇ ਦੇ ਮੂਹਰੇ ਕੀ ਆ, ਵੀ ਇਹ ਪੰਜਾਬੀ ਨੇ ਜਿਹੜਾ ਥੋੜ੍ਹਾ ਜਿਹਾ ਸਾਡੇ ਮੂਹਰੇ ਅੜਦੇ ਨੇ। ਜਦੋਂ ਇਹ ਘਸਿਆਰੇ ਹੋ ਗਏ, ਆਰਥਿਕ ਪੱਖੋਂ ਗਰੀਬ ਹੋ ਗਏ, ਤਾਂ ਇਹ ਵੀ ਸਾਡੇ ਮੂਹਰੇ ਬੋਲ ਨਹੀਂ ਸਕਣਗੇ ਅਤੇ ਫਿਰ ਅਸੀਂ ਆਪਣਾ ਜਿਹੜਾ ਹਿੰਦੂਤਵ ਦਾ ਏਜੰਡਾ ਵਾ ਫਿਰ ਉਹ ਫੈਲਾਉਣ ਦੇ ਵਿੱਚ ਸੌਖੇ ਹੋ ਜਾਵਾਂਗੇ। ਹਾਂਜੀ, ਪਰ ਸਰਕਾਰਾਂ ਤਾਂ ਕਹਿ ਰਹੀਆਂ ਨੇ ਇੱਥੇ ਗੁੰਮਰਾਹ ਕੀਤੇ ਗਏ ਲੋਕ ਨੇ, ਉਹਨਾਂ ਨੂੰ ਸਮਝ ਨਹੀਂ ਹੈਗੀ। ਤੁਸੀਂ ਇੱਥੇ ਪਹੁੰਚੇ ਹੋ, ਤੁਸੀਂ ਇੱਕ ਹੀਰੇ ਨੂੰ ਤਰਾਸਦੇ ਹੋ। ਨਵੀਂ ਪੀੜ੍ਹੀ ਆ ਜਿਹੜੀ ਉਹਨੂੰ ਤਰਾਸ ਕੇ ਹੀਰਾ ਬਣਾਉਂਦੇ ਹੋ। ਅੱਜ ਤੁਸੀਂ ਵੀ ਪਹੁੰਚੇ ਹੋ, ਉਹ ਕਹਿ ਰਹੇ ਨੇ ਗੁੰਮਰਾਹ ਕੀਤੇ ਗਏ ਲੋਕ ਪਹੁੰਚਦੇ ਨੇ ਇੱਥੇ। ਅਸੀਂ ਸਰਕਾਰ ਤੋਂ ਕੁਝ ਵੱਖਰਾ ਤਾਂ ਮੰਗਦੇ ਨਹੀਂ ਗੇ, ਨਾ ਸਾਨੂੰ ਕੋਈ ਗੁੰਮਰਾਹ ਕਰ ਸਕਦਾ। ਅਸੀਂ ਤਾਂ ਜਿਵੇਂ ਪਹਿਲਾਂ ਜੀਵਨ ਜਿਉਂਦੇ ਸੀਗੇ ਉਸੇ ਤਰੀਕੇ ਨਾਲ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਉਵੇਂ ਜਿਉਣ ਦੇਵੇ। ਸਰਕਾਰ ਸਾਨੂੰ ਕੁੱਟ ਕੇ ਖੀਰ ਖਵਾਉਣੀ ਚਾਹੁੰਦੀ ਆ। ਸਾਨੂੰ ਲੱਗਦਾ ਕਿ ਸਰਕਾਰ ਸਾਡੇ ਲਈ ਬਿਹਤਰ ਨਹੀਂ ਕਰ ਰਹੀ। ਇਸ ਕਰਕੇ ਧੱਕੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ ਵੀ ਕਿਸੇ ਨੂੰ ਕੁਛ ਧੱਕੇ ਨਾਲ ਫੋਰਸਲੀ ਦਿੱਤਾ ਜਾਵੇ। ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਆ ਉਹ ਸਾਡੇ ਆਮ ਦੇ, ਕਿਸਾਨ ਦੇ, ਗਰੀਬ ਦੇ, ਮਜ਼ਦੂਰ ਦੇ ਹੱਕ 'ਚ ਨਹੀਂ ਹੈਗੇ। ਜੇ ਪੰਜਾਬ ਦੇ ਲੋਕ ਥੋੜ੍ਹੇ ਪੜ੍ਹੇ ਲਿਖੇ ਸੀ, ਉਹਨਾਂ ਨੂੰ ਛੇਤੀ ਸਮਝ ਆ ਗਈ, ਉਹਨਾਂ ਨੇ ਮੋਹਰੀ ਹੋ ਕੇ ਇਸ ਅੰਦੋਲਨ ਦੇ ਵਿੱਚ ਨਿੱਤਰੇ ਨੇ। ਅਤੇ ਸੋ ਇਸ ਕਰਕੇ ਸਾਨੂੰ ਇਹਨਾਂ ਦੇ ਜਿਹੜੇ ਕਾਨੂੰਨ ਨੇ ਫਿੱਟ ਨਹੀਂ ਹੈਗੇ। ਅਸੀਂ ਆਪਣੀ ਆਵਾਜ਼ ਉਠਾ ਰਹੇ ਹਾਂ, ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਜਿੰਨਾ ਚਿਰ ਇਹ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਅਸੀਂ ਇੱਥੇ ਡਟੇ ਰਹਾਂਗੇ। ਪਰ ਸਰਕਾਰਾਂ ਇਹ ਵੀ ਕਹਿ ਰਹੀਆਂ ਨੇ ਅਸੀਂ ਜਿਹੜੀਆਂ ਸਕੀਮਾਂ ਚਲਾਈਆਂ ਨੇ, ਕਿਸਾਨਾਂ ਨੂੰ 2-2 ਹਜ਼ਾਰ ਰੁਪਇਆ ਭੱਤਾ ਦੇ ਰਹੇ ਹਾਂ, ਅਤੇ ਕਿਸਾਨਾਂ ਨੂੰ ਅਤੇ ਹੋਰ ਗਰੀਬ ਮਜ਼ਦੂਰਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਚਲਾਈ ਆ। ਉਹ ਕਿਹੜਾ ਸਾਨੂੰ ਕਿਸੇ ਨੇ ਕਿਹਾ ਸੀਗਾ ਜਾਂ ਅਸੀਂ ਕਿਸੇ ਨੂੰ ਪੁੱਛਿਆ ਸੀਗਾ? ਉਦੋਂ ਨਹੀਂ ਸਾਨੂੰ ਕਿਹਾ ਗਿਆ। ਜੋ ਸਰਕਾਰ ਦੇ ਜਨਤਾ ਦੇ ਭਲੇ ਲਈ ਆ, ਸਰਕਾਰ ਉਹੀ ਕੰਮ ਕਰਦੀ ਹੈ। ਇਹ ਕਾਨੂੰਨ ਵੀ ਭਲੇ ਦੇ ਲਈ ਨੇ। ਇਹ ਸਾਰੇ ਸਰਕਾਰ ਦੇ ਜੁਮਲੇ ਨੇ ਜੀ, ਡਰਾਮੇ ਨੇ। ਇੱਕ ਬਸ ਖਬਰ ਬਣਨ ਤੱਕ ਹੁੰਦਾ ਵਾ ਵੀ 2-2 ਹਜ਼ਾਰ ਦਿੱਤਾ। ਕਿੰਨੇ ਕੁ ਕਿਸਾਨਾਂ ਨੂੰ ਦਿੱਤਾ? ਤੁਸੀਂ ਇਹ ਪੂਰੇ ਡਾਟੇ ਕਲੈਕਟ ਕਰੋ ਕਿ ਕਿੰਨੇ ਕੁ ਕਿਸਾਨਾਂ ਨੂੰ ਦਿੱਤਾ। ਇੱਕ ਵੋਟਾਂ ਲੈਣ ਤੱਕ ਸੀਮਿਤ ਆ। ਇਸ ਤੋਂ ਬਾਅਦ ਇਹਨਾਂ ਨੇ ਜਿਹੜੀ ਆਟਾ ਦਾਲ ਸਕੀਮ ਆ ਉਹ ਵੀ ਬੰਦ ਕਰ ਦੇਣੀ ਹੈ। ਠੀਕ ਨਹੀਂ? ਜਿਹੜੇ ਆਪਣੇ ਇਹਨਾਂ ਨੇ ਐਡੇ ਸਟੋਰ ਬਣਾ ਲਏ, ਸਾਈਲੋ ਬਣਾ ਲਏ, ਪਹਿਲਾਂ ਹੀ 2 ਸਾਲ ਦੇ ਬਣੇ ਪਏ ਨੇ ਸਟੋਰ ਕਰਨ ਲਈ। ਇਹ ਤਾਂ ਕਾਲ ਪੈਣ ਦੀਆਂ ਤਿਆਰੀਆਂ ਨੇ ਇੱਥੇ, ਵੀ ਕਾਲ ਪਊਗਾ ਅਤੇ ਫਿਰ ਅਸੀਂ ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਅਬਾਨੀਆਂ ਅਡਾਨੀਆਂ ਦੇ ਕਾਰੋਬਾਰ ਨੇ ਪੈਟਰੋਲੀਅਮ ਵਸਤਾਂ ਦੇ,
ਉਹ ਹੁਣ ਇਲੈਕਟ੍ਰੋਨ ਨੂੰ ਜਗਾਉਣ ਕਰਕੇ ਉਹ ਖਤਮ ਹੁੰਦੇ ਜਾ ਰਹੇ ਨੇ। ਤਾਂ ਇਸ ਪਾਸੇ ਨੂੰ ਆਏ ਆ ਕਿ ਇਹ ਆਪਾਂ ਹੁਣ ਲੋਕਾਂ ਦੇ ਢੱਡੇ ਵੱਢੀਏ। ਠੀਕ ਨਾ ਜੀ। ਸੋ ਇਹ ਸੋਚ ਆ ਮਾੜੀ ਸਰਕਾਰ ਦੀ। ਜੀ ਧੰਨਵਾਦ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਈ ਤੁਸੀਂ ਕਹਿ ਰਹੇ ਹੋ 2-2000 ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਪਾਇਆ, 70 ਰੁਪਏ ਦਾ ਤਾਂ 버ਗਰ ਹੋਇਆ ਪਿਆ, 2000 ਰੁਪਏ ਦਾ ਖਰਚਾ ਹੁੰਦਾ ਚੁੱਲ੍ਹੇ ਦਾ, ਘੱਟੋ ਘੱਟ 6-700 ਰੁਪਏ ਦਾ ਚੁੱਲ੍ਹੇ ਦਾ ਖਰਚਾ ਬੰਦੇ ਦਾ ਤਾਂ ਧੂੰਆਂ ਨਿਕਲਦਾ। ਇਹ ਪਿੰਡੂਆਂ ਦੀ ਗੱਲ ਕਰਦਾ, ਸ਼ਹਿਰੀਆਂ ਦਾ ਉਦਾਂ ਵੀ ਬੁਰਾ ਹਾਲ ਆ। ਪਰ ਸਰਕਾਰਾਂ ਕਹਿ ਰਹੀਆਂ ਆਟਾ ਨੇ, ਦੇਖ ਲਓ ਕਿੰਨਾ ਮਹਿੰਗਾ। ਤੁਸੀਂ ਲੈ ਲਓ ਕਿਸੇ ਬ੍ਰਾਂਡਡ ਜਿਹਦਾ ਲਾਦਾ ਮੋਹਰ, ਕਿਸੇ ਵੀ ਕੰਪਨੀ ਦਾ ਲਾ ਲਓ, ਕਿ ਹਾਲਾਤ ਕੀ ਬਣਨਗੇ। ਭੁੱਖ ਮਰੀ ਹੋ ਜਾਣੀ ਹੈ ਇੱਥੇ। ਉਹ ਤਾਂ ਕਹਿੰਦੇ ਆਮਦਨ ਦੁੱਗਣੀ ਹੋ ਜਾਣੀ ਹੈ, ਕਿਸਾਨ ਦੀ ਸਭ ਕੁਝ ਖੁਸ਼ਹਾਲ ਹੋ ਇਹ ਤਾਂ ਬਹੁਤ ਕੁਝ ਕਹਿਣਗੇ। ਇਹਨਾਂ ਦੇ ਕਹੇ ਤੇ ਥੋੜੀ ਆ। ਜੀ ਹੋਰ ਵੀ ਸਾਡੇ ਨਾਲ ਇੱਥੇ ਜੋ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰਕਾਰਾਂ ਦੀਆਂ ਨੀਤੀਆਂ? ਤਕਰੀਬਨ 95 ਦਿਨਾਂ ਤੋਂ ਉੱਪਰ ਟਾਈਮ ਹੋ ਗਿਆ, ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਮੌਸਮ ਬਦਲ ਗਏ, ਗਰਮੀ ਦੀ ਰੁੱਤ ਆ ਗਈ ਆ। ਸਰਕਾਰ ਦਾ ਧਿਆਨ ਹੀ ਨਹੀਂ ਹੈ ਇਹਨਾਂ ਵੱਲ, ਜਿਨ੍ਹਾਂ ਲਈ ਬਣਾਈ ਗਈ ਹੈ। ਅਗਰ ਉਹਨਾਂ ਨੂੰ ਹੀ ਨਹੀਂ ਉਹ ਪਸੰਦ ਮੰਨਨੀ ਨਹੀਂ ਹੈ ਤਾਂ ਲੋਕ ਕਿਉਂ ਉਹਨਾਂ ਤੇ ਜ਼ਬਰਦਸਤੀ ਥੋਪਣਾ ਚਾਹੁੰਦੀ ਸਰਕਾਰ? ਪਰ ਉਹ ਕਹਿ ਰਹੇ ਨੇ ਕਿ ਇਹਦੇ ਨਾਲ ਤਾਂ ਆਮਦਨ ਸਰਕਾਰ ਦੁੱਗਣੀ ਤਾਂ ਹੋਣੀ। ਪਹਿਲੇ ਹੀ ਬਹੁਤ ਕੁਝ ਕਹਿੰਦੀ ਹੈ, ਹੁਣ ਵੀ ਕਹੀ ਜਾ ਰਹੀ ਹੈ। ਤੁਸੀਂ ਇੱਥੇ ਪਹੁੰਚੋ, ਕੀ ਲੱਗ ਰਿਹਾ ਹੈ? ਸਾਡੀ ਪ੍ਰਾਪਤੀ ਕੀ ਹੋਊਗੀ ਇੱਥੋਂ? ਕੀ ਲੱਗ ਰਿਹਾ ਹੈ ਅੱਗੇ ਪ੍ਰਾਪਤ ਕੀ ਕਰਕੇ ਜਾਵਾਂਗੇ? ਕਿਉਂਕਿ ਉਹਨਾਂ ਦੇ ਬਿਆਨ ਆ ਰਹੇ ਨੇ, ਨਰਿੰਦਰ ਤੋਮਰ ਦਾ ਬਿਆਨ ਆਇਆ ਹੈ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਅਗਰ ਸਰਕਾਰ ਜਨਤਾ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਜੀ ਇਹ ਨਹੀਂ ਹੈ ਵੀ ਨਹੀਂ ਹੋ ਸਕਦਾ। ਭੀੜ ਹੀ ਸਰਕਾਰ ਬਣਾਉਂਦੀ ਆ, ਭੀੜਾਂ ਹੀ ਸਰਕਾਰ ਚੁਣਦੀਆਂ ਨੇ। ਭੀੜ ਸਭ ਕੁਝ ਕਰਨ ਦੇ ਸਮਰੱਥ ਹੈ। ਪਰ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਗਰਮੀ ਦੀ ਰੁੱਤ ਨੂੰ ਦੇਖਦੇ ਹੋਏ ਇੱਥੇ ਥੋੜੇ ਬਹੁਤ ਟੈਂਪਰੇਰੀ ਮਕਾਨ ਸੀਗੇ ਜਿਹੜੇ ਉਹ ਬਣਾਉਣ ਲੱਗੇ ਸੀਗੇ, ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਇਹ ਪ੍ਰਸ਼ਾਸਨ ਵੱਲੋਂ ਆ ਕੇ, ਤੇ ਤੰਬੂ ਪਟਾਉਣ ਦੀ ਵੀ ਗੱਲ ਆਖੀ ਗਈ ਹੈ ਟਿੱਕਰੀ ਬਾਰਡਰ ਤੇ। ਅੱਜ ਇਦਾਂ ਦੀਆਂ ਸਟੇਟਮੈਂਟਾਂ ਆ ਰਹੀਆਂ ਨੇ। ਦੇਖੋ ਗੱਲ ਇਹ ਆ, ਜਿਹੜੇ ਕਿਸਾਨ ਤੇ ਮਜ਼ਦੂਰ ਨੇ ਇਹ ਤਾਂ ਧੁੱਪ 'ਚ ਹੀ ਰਹਿਣ ਗਿੱਜੇ ਵੇ ਨੇ। ਇਹਨਾਂ ਨੂੰ ਧੁੱਪ, ਬਰਸਾਤਾਂ, ਮੀਂਹ, ਠੰਡਾਂ ਕੁਝ ਨਹੀਂ ਕਰਦੀਆਂ। ਅੱਤ ਦੀ ਠੰਡ ਵੀ ਲੰਘ ਕੇ ਗਈ ਆ, ਅੱਤ ਦੀ ਗਰਮੀ ਵੀ ਆਉਣੀ ਆ ਅਗਲੇ 2 ਮਹੀਨਿਆਂ 'ਚ, ਤੇ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ। ਜਿੰਨਾ ਚਿਰ ਇਹ ਕਾਨੂੰਨਾਂ ਨੇ ਵੀ ਤਾਂ ਮਾਰੇ ਪਏ ਆ। ਕਿੰਨੇ ਕਿਸਾਨ ਸਾਡੇ ਇੱਥੇ 200 ਤੋਂ ਵੱਧ ਜਿਹੜੇ ਗੁਜ਼ਰ ਚੁੱਕੇ ਨੇ, ਇਸ ਅੰਦੋਲਨ ਦੀ ਭੇਟ ਚੜ੍ਹ ਚੁੱਕੇ ਨੇ, ਤੇ ਬਾਕੀ ਵੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਠੰਡ ਗਰਮੀ ਦਾ ਸਾਡੇ ਤੇ ਕੋਈ ਅਸਰ ਨਹੀਂ। ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉੱਠਣਾ। ਸਾਨੂੰ ਉਹ ਸਾਡੇ ਤੰਬੂ ਪੱਟਣ, ਸਾਨੂੰ ਉਹ ਨਾ ਬਣਾਉਣ ਦੇਣ, ਪੱਕੇ ਬਣਾਉਣ ਦੀ ਸਾਨੂੰ ਜ਼ਰੂਰਤ ਵੀ ਨਹੀਂ। ਅਸੀਂ ਜਿਵੇਂ ਵੀ ਹੈ ਅਸੀਂ ਇਹਨਾਂ ਤੰਬੂਆਂ 'ਚ ਹੀ ਕੱਟਾਂਗੇ, ਟਰਾਲੀਆਂ 'ਚ ਕੱਟਾਂਗੇ। ਧੰਨਵਾਦ ਜੀ। ਹਾਂਜੀ ਹੋਰ ਵੀ ਸਾਡੇ ਨਾਲ ਇੱਥੇ ਡਿਪਟੀ ਸਾਹਿਬਾਨ ਨੇ। ਹਾਂਜੀ ਕੀ ਨਾਮ ਹੈ ਜੀ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ, ਕੀ ਲੱਗ ਰਿਹਾ ਹੈ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ? ਕਿਉਂਕਿ ਕਿਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਇਹ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਇੱਥੋਂ ਵਾਪਸ ਨਹੀਂ ਜਾਣਾ, ਪਰ ਬਿਆਨਬਾਜ਼ੀ ਹੁੰਦੀ ਹੈ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਭੀੜਾਂ ਹੀ ਸਰਕਾਰ ਬਣਾਉਂਦੀਆਂ ਨੇ, ਭੀੜਾਂ ਹੀ ਸਰਕਾਰ ਸਿੱਟਦੀਆਂ ਨੇ। ਨਾਲੇ ਜਿਹੜੇ ਮੰਤਰੀ ਨੇ, ਤੋਮਰ ਨੇ ਇਹ ਬਿਆਨ ਦਿੱਤਾ ਹੈ, ਉਹਨੂੰ ਖੇਤੀਬਾੜੀ ਬਾਰੇ ਕੀ ਪਤਾ? ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿਣਾ ਕਿ ਉਹਨੂੰ ਪੁੱਛ ਲਿਓ ਕਿ ਕਣਕ ਦੀ ਇੱਕ ਬੱਲੀ 'ਚ ਕਿੰਨੇ ਦਾਣੇ ਹੁੰਦੇ ਨੇ। ਤੋਮਰ ਨੂੰ ਪਤਾ। ਤੋਮਰ ਨੂੰ ਇਹ ਕੁਐਸਚਨ ਕਰ ਲਿਓ ਕਿ ਆਲੂ ਕਿੱਥੇ ਲੱਗਦਾ। ਇੱਥੇ ਇੰਡੀਆ ਦੇ ਵਿੱਚ ਉਹ ਮੰਤਰੀ ਬਣਦੇ ਨੇ ਜਿਹਨੂੰ ਬਿਲਕੁਲ ਜਾਣਕਾਰੀ ਨਹੀਂ ਹੁੰਦੀ। ਰੇਲ ਮੰਤਰੀ ਉਹ ਜਿਹਨੂੰ ਰੇਲ ਬਾਰੇ ਜਾਣਕਾਰੀ ਨਹੀਂ, ਬਿਜਲੀ ਮੰਤਰੀ ਉਹ ਜਿਹਨੂੰ ਬਿਜਲੀ ਬਾਰੇ ਜਾਣਕਾਰੀ ਨਹੀਂ, ਖੇਤੀਬਾੜੀ ਮੰਤਰੀ ਉਹ ਜਿਹਨੂੰ ਖੇਤੀਬਾੜੀ ਬਾਰੇ ਜਾਣਕਾਰੀ ਨਹੀਂ। ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀ ਮੰਤਰੀਆਂ ਦਾ। ਦੇਖੋ ਹੁਣ ਤੁਸੀਂ ਹੋ, ਤੁਹਾਨੂੰ ਅਸੀਂ ਕਹਿ ਦਈਏ ਵੀ ਇਹ ਕਾਰ ਤੁਹਾਨੂੰ ਦੇਤੀ ਜੀ, ਅਸੀਂ ਤੁਸੀਂ ਬੈਠ ਕੇ ਜਾਓ, ਤੁਸੀਂ ਕਹੋ ਜੀ ਇਹ ਸਾਡੇ ਕਾਰ ਲਾਇਕ ਨਹੀਂ, ਕੀ ਤੁਸੀਂ ਮੇਰੀ ਕਾਰ ਦਿੱਤੀ ਵੀ ਡਾਊਟ ਕਰੋਗੇ? ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਕਾਨੂੰਨ ਬਣਾਦੇ ਤੁਹਾਡੇ ਫਾਇਦੇ 'ਚ ਨੇ, ਅਸੀਂ ਕਹਿੰਦੇ ਸਾਡਾ ਫਾਇਦਾ ਨਹੀਂ ਹੈਗਾ, ਅਸੀਂ ਕਿਉਂ ਡਾਊਟ ਕਰੀਏ ਉਹਨਾਂ ਨੂੰ? ਹੁਣ ਆਹ ਤੁਹਾਡੇ ਸ਼ਰਟ ਪਾਈ ਵੀ ਹੈ, ਕੰਪਨੀ ਦੀ ਹੈ, ਕੰਪਨੀ ਵਾਲੇ ਨੇ ਸ਼ਰਟ ਬਣਾਉਣ ਤੋਂ ਪਹਿਲਾਂ ਇੱਥੇ ਰੇਟ ਲਿਖਤਾ ਕਿ 135 ਰੁਪਏ ਦੀ ਜਾਂ 740 ਰੁਪਏ ਦੀ ਵਿਕੂ। ਕੀ ਕਿਸਾਨ ਕੋਲ ਇਹਨਾਂ ਅਧਿਕਾਰ ਨਹੀਂ ਹੈ ਆਪਣੀ ਫਸਲ ਨੂੰ ਉਹ ਕਰ ਦੇਵੇ? ਕਿਸਾਨ ਦੀ ਫਸਲ ਦਾ ਰੇਟ ਤੋਮਰ ਨੂੰ ਨਹੀਂ ਲਾਉਣ, ਇਹਨਾਂ ਦੀਆਂ ਸ਼ਰਟਾਂ ਦਾ ਰੇਟ ਇਹ ਆਪ ਲਾ ਕੇ ਭੇਜਣ। ਸੋ ਇਹ ਹੁਣ ਜਿੰਨਾ ਧੱਕਾ ਕਰ ਲਿਆ। ਇਹਨਾਂ ਨੂੰ ਤੁਹਾਡੇ ਮੀਡੀਆ ਰਾਹੀਂ ਅਸੀਂ ਚੈਨਲ ਰਾਹੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹੁਣ ਪਹਿਲਾਂ ਵਾਲਾ ਕਿਸਾਨ ਨਹੀਂ, ਪਹਿਲਾਂ ਵਾਲਾ ਨੌਜਵਾਨ ਨਹੀਂ, ਪਹਿਲਾਂ ਵਾਲਾ ਯੂਥ ਨਹੀਂ। ਹੁਣ ਤੁਸੀਂ ਆਓ ਪਿੰਡਾਂ 'ਚ, ਤੁਹਾਨੂੰ ਪੁੱਛਾਂਗੇ, ਤੁਹਾਡੇ ਛਿੱਤਰ ਮਾਰ ਹਿਸਾਬ ਮੰਗਾਂਗੇ ਤੁਹਾਤੋਂ। ਇੱਕ ਪਲ ਦਾ, ਇੱਕ ਘੰਟੇ ਦਾ, ਇੱਕ ਦਿਹਾੜੀ ਦਾ, ਇੱਕ ਮਹੀਨੇ ਦਾ, 4 ਸਾਲਾਂ ਦਾ, 5 ਸਾਲਾਂ ਤੋਂ ਹਿਸਾਬ ਮੰਗਾਂਗੇ। ਐਤਕੀ ਤੁਸੀਂ ਵੜ ਕੇ ਦਿਖਾਓ ਸਾਡੇ ਪਿੰਡਾਂ 'ਚ। ਪਰ FCI ਵੱਲੋਂ ਕਿਹਾ ਗਿਆ ਹੈ ਕਿਸਾਨ ਤਾਂ ਕਾਨੂੰਨ ਰੱਦ ਕਰਵਾਉਣ ਲਈ ਇੱਥੇ ਬੈਠੇ ਸੀਗੇ। FCI ਵੱਲੋਂ ਹੋਰ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਕਿਸਾਨ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਦਿਖਾ ਦੇਣਗੇ ਉਨੀ ਕੇ ਫਸਲ ਵਿਕਣੀ ਆ, ਫਾਲਤੂ ਵਿਕਣੀ ਨਹੀਂ। ਜ਼ਿਆਦਾਤਰ ਸਾਡੇ ਕਿਸਾਨ ਨੇ ਜਿਹੜੇ ਠੇਕੇ ਤੇ ਪੈਲੀਆਂ ਲੈ ਕੇ ਖੇਤੀਆਂ ਕਰਦੇ ਨੇ, ਕੀ ਹੋਊਗਾ ਅੱਗੇ ਕਣਕਾਂ ਦਾ? ਸਰ ਉਹ ਜਿਹੜਾ ਇਹ ਇਹਨਾਂ ਨੇ FCI ਵਾਲਾ ਕੀਤਾ ਕਾਨੂੰਨ, ਉਹਦੇ ਵਿੱਚ ਕੀ ਹੈ ਵੀ ਉਹਦੇ ਵਿੱਚ ਬਖਰੇਵਾ ਪਾਉਣਾ ਸਾਡੇ 'ਚ। ਹੁਣ ਫਾਰ ਐਗਜ਼ਾਮਪਲ ਮੇਰੇ ਕੋਲ 20 ਕਿੱਲੇ ਨੇ, ਮੈਂ ਜੌਬ ਕਰਦਾ, ਮੈਂ ਠੇਕੇ ਤੇ ਦਿੱਤੇ। ਜਿਹੜਾ ਕਿਸਾਨ ਨੇ ਮੈਨੂੰ ਠੇਕਾ 50,000 ਰੁਪਏ ਕਿੱਲੇ ਹਿਸਾਬ ਨਾਲ ਦਿੱਤਾ, 20 ਕਿੱਲਿਆਂ 10 ਲੱਖ ਉਹਨੇ ਮੈਨੂੰ ਦੇਤਾ। ਜਿਹੜੀ ਅਮਾਊਂਟ ਉਹਦੀ ਫੇਰ ਮੇਰੇ ਖਾਤੇ 'ਚ।
ਫਿਰ ਸਾਡੇ ਕਿਸਾਨ ਭਰਾਵਾਂ 'ਚ ਪਾੜ ਪਊ ਕਿ ਨਹੀਂ ਪਊ? ਇਹ ਇੱਕ ਪਾਲਿਸੀ ਹੈ। ਅੱਜ ਤੱਕ 26 ਨਵੰਬਰ ਤੋਂ ਜਦੋਂ ਤੱਕ ਦਿੱਲੀ 'ਚ ਆ ਕੇ ਬੈਠੇ ਆ ਅਸੀਂ, ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਸਰਕਾਰਾਂ ਦਾ ਕੰਮ ਹੁੰਦਾ ਪਾੜ ਉੱਤੇ ਰਾਜ ਕਰੋ, ਪਰ ਉਸ ਪਰਮ ਪਿਤਾ ਪ੍ਰਮਾਤਮਾ ਦੀ ਐਤਕੀ ਇੰਨੀ ਮਿਹਰ ਹੈ ਕਿ ਹਜੇ ਤੱਕ ਸਾਡੇ 1 ਤੋਂ 2 ਨਹੀਂ ਹੋਏ, ਔਰ ਇਸੇ ਤਰ੍ਹਾਂ 1 ਰਹਿਣਗੇ। ਅਸੀਂ ਜਿੱਤਾਂਗੇ, ਜਿੱਤ ਕੇ ਮੁੜਾਂਗੇ, ਨਹੀਂ ਇੱਥੇ ਹੀ ਮਰਾਂਗੇ। ਜੀ ਧੰਨਵਾਦ ਜੀ। ਇੱਥੇ ਕੁਝ ਭੈਣਾਂ ਵੀ ਨੇ ਜਿਹੜੀਆਂ ਪਹੁੰਚੀਆਂ ਨੇ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ? ਸਰ ਮਨਪ੍ਰੀਤ ਕੌਰ। ਕੀ ਲੱਗ ਰਿਹਾ ਜੀ ਇੱਥੇ ਆਏ ਹੋ ਤੁਸੀਂ, ਕਿੱਦਾਂ ਲੱਗਿਆ? ਸਰਕਾਰਾਂ ਕਹਿ ਰਹੀਆਂ ਨੇ ਇਹ ਦੇਸ਼ ਵਿਰੋਧੀ ਤਾਕਤਾਂ ਵੱਲੋਂ ਬਿਠਾਏ ਗਏ ਲੋਕ ਨੇ, ਗੁੰਮਰਾਹ ਕੀਤੇ ਗਏ ਲੋਕ ਨੇ। ਸਰ ਜੀ 1000 ਲੋਕ ਗਲਤ ਹੋ ਜਾ ਸਕਦਾ ਹੈ, 2000 ਲੱਖਾਂ ਦੀ ਗਿਣਤੀ 'ਚ ਤੇ ਗਲਤ ਨਹੀਂ ਹੋ ਸਕਦੇ। ਸਾਰੇ ਕਿਸਾਨ ਨੇ, ਖੇਤੀ ਨਾਲ, ਅਨਾਜ ਨਾਲ ਜੁੜੇ ਨੇ। ਅਸੀਂ ਆਪਣੇ ਬੱਚੇ ਤਾਂ ਅਨਾਜ ਤੋਂ ਹੀ ਪਾਲ ਰਹੇ ਹਾਂ ਸਰ, ਤੇ ਕਮਾਈ ਵੱਖਰੀ ਗੱਲ ਆ, ਤੇ ਪਰ ਅੰਨਦਾਤਾ ਤੇ ਅੰਨ ਤੋਂ ਹੀ ਪਲ ਰਿਹਾ ਨਾ ਸਾਰਾ। ਖੁਦ ਵੀ ਕਿਸਾਨ ਪਲ ਰਿਹਾ ਔਰ ਪੂਰੇ ਦੇਸ਼ ਨੂੰ ਪਾਲ ਰਿਹਾ, ਬਲਕਿ ਆਪਾਂ ਦੂਜੇ ਦੇਸ਼ਾਂ ਨੂੰ ਵੀ ਸਪਲਾਈ ਕਰਦੇ ਹਾਂ ਸਰ। ਕੋਈ ਪਾਗਲ ਨਹੀਂ, ਇਹ ਇਨਲੀਗਲ ਕੰਮ ਮੋਦੀ ਨੇ ਕੀਤਾ ਹੈ ਤੇ ਉਹੀ ਜ਼ਿੰਮੇਵਾਰ ਆ, ਕਿਉਂਕਿ ਸਾਰੇ ਤਾਂ ਗਲਤ ਨਹੀਂ ਹੋ ਸਕਦੇ। ਪੂਰਾ ਪੰਜਾਬ ਤੇ ਗਲਤ ਨਹੀਂ ਹੋ ਸਕਦਾ, ਮਹਾਰਾਸ਼ਟਰ, ਸਾਰੇ ਦੇਸ਼ ਨੇ ਸਰ, ਕੋਈ ਗਲਤ ਨਹੀਂ ਹੋ ਸਕਦਾ। ਹਾਂਜੀ, ਇਹ ਅੰਦੋਲਨ ਦੀ ਕੀ ਪ੍ਰਾਪਤੀ ਰਹੂਗੀ? ਪਿੰਡਾਂ 'ਚ ਜਿਹੜੇ ਵਿਤਕਰੇ ਸੀਗੇ ਉਹ ਵੀ ਦੂਰ ਹੋਏ ਨੇ। ਹੋਰ ਆ ਸਾਡੇ ਵਾਸਤੇ ਕੀ ਪ੍ਰਾਪਤੀ ਰਹੂਗੀ ਜਿਹੜਾ ਅੰਦੋਲਨ ਚੱਲਿਆ? ਕਾਨੂੰਨ ਜਦੋਂ ਰੱਦ ਹੋਣਗੇ ਉਦੋਂ ਦੇਖਾਂਗੇ, ਪਰ ਪ੍ਰਾਪਤੀਆਂ ਕੀ ਹੋਈਆਂ ਨੇ, ਕੀ ਲੱਗ ਰਿਹਾ ਜੀ? ਪਰ ਸਰ ਇਹ ਲੱਗ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਅਗਵਾਈ ਮਿਲੂਗੀ, ਹੈ ਨਾ, ਕਿ ਜਦੋਂ ਵੀ ਕੋਈ ਇਦਾਂ ਦੀ ਪ੍ਰੋਬਲਮ ਆਊਗੀ ਤਾਂ ਇਕਜੁੱਟ ਹੋਣਗੇ, ਕਿਉਂਕਿ ਉਹਦਾ ਹੱਲ ਤੇ ਬਾਅਦ ਵਿੱਚ ਹੋਣਾ ਹੈ, ਪਰ ਜੇ ਇਕਜੁੱਟ ਹੋਣਗੇ ਤਾਂ ਉਹਦਾ ਹੱਲ ਸੰਭਵ ਹੋ ਸਕਦਾ ਹੈ। ਤੇ ਬੱਚਿਆਂ ਨੂੰ ਅਗਵਾਈ ਮਿਲੂਗੀ ਸਰ, ਉਹਨਾਂ ਨੂੰ ਪਤਾ ਲੱਗੂਗਾ ਵੀ ਜਦੋਂ ਅਸੀਂ ਇਕਜੁੱਟ ਹੋਏ ਸੀ ਤਾਂ ਹੀ ਇਹਦਾ ਹੱਲ ਹੋਇਆ ਸੀ। ਜੇ ਅਸੀਂ ਜਿਹੜਾ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਹੁਣ ਤੱਕ ਚੱਲੀ ਆ, ਉਹ ਖਤਮ ਹੋ ਜੂਗੀ ਸਰ। ਪਬਲਿਕ ਦਾ ਖਤਮ ਕਰੂਗੀ, ਸਰਕਾਰਾਂ ਕਰਨ ਜਾਂ ਨਾ ਕਰਨ, ਤੇ ਮੈਨੂੰ ਤਾਂ ਇਹੀ ਲੱਗ ਰਿਹਾ ਸਰ ਜੀ। ਹਾਂਜੀ, ਧੰਨਵਾਦ ਜੀ। ਹਾਂਜੀ, ਇਹ ਸਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਸਟਾਫ ਮੈਂਬਰ, ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੋਂ ਸਾਡੀ ਜਿਹੜੀ ਪ੍ਰਾਪਤੀ ਆ ਉਹ ਸਭ ਤੋਂ ਵੱਡੀ ਪ੍ਰਾਪਤੀ ਇਹੀ ਆ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਲੇਜ ਮਿਲੀ ਆ ਤੇ ਇਕਜੁੱਟ ਹੋਏ ਨੇ। ਸਾਡੇ ਪਿੰਡਾਂ 'ਚੋਂ ਜਿਹੜੇ ਵਿਤਕਰੇ ਸੀਗੇ ਉਹ ਦੂਰ ਹੋਏ ਨੇ, ਤੇ ਕਾਨੂੰਨ ਵੀ ਨੇ ਜਿਹੜੇ ਉਹ ਜ਼ਰੂਰ ਰੱਦ ਹੋਣਗੇ। ਤੇ ਜਦੋਂ ਤੱਕ ਰੱਦ ਨਹੀਂ ਹੋਣਗੇ, ਹਰ ਇੱਕ ਵਰਗ ਕਿਸਾਨਾਂ ਦੀ ਸਪੋਰਟ 'ਚ ਇਦਾਂ ਹੀ ਖੜਾ ਰਹੂਗਾ, ਤੇ ਰੱਦ ਹੋਣ ਤੱਕ ਕਿਸਾਨ ਇੱਥੇ ਡਟੇ ਰਹਿਣਗੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ।